ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਹਿਜੇ ਸਹਿਜੇ ਅਰਥਾਂ ਸਮੇਤ ਸਹਿਜ ਪਾਠ ਕਰਦੇ ਹਾਂ। ਅੱਜ ਆਪਾਂ ਪਹੁੰਚੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 334 ਦੇ ਉੱਪਰ ਅੰਕਿਤ ਆਸਾ ਰਾਗ ਦੇ ਵਿੱਚ ਪੱਟੀ ਨਾਮ ਦੀ ਬਾਣੀ। ਇੱਕ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ ਪੱਟੀ ਨਾਮ ਦੀ ਬਾਣੀ, ਦੂਸਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ। ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ ਉਹ 35 ਪਦਿਆਂ ਦੀ ਹੈ। ਇਹਦੇ 26 ਪਦੇ ਕੱਲ੍ਹ ਤੱਕ ਆਪਾਂ ਵਿਚਾਰੇ ਸੀ। ਅੱਜ 27ਵੇਂ ਪਦੇ ਤੋਂ ਲੈ ਕੇ 35ਵੇਂ ਪਦੇ ਤੱਕ ਵਿਚਾਰ ਹੋਏਗੀ ਅਤੇ 35 ਪਦਿਆਂ ਤੋਂ ਬਾਅਦ ਫਿਰ ਇੱਕ ਅੰਕ ਲਿਖਿਆ ਹੋਇਆ ਹੈ, ਯਾਨੀ ਇਹ ਇੱਕ ਹੈ। ਦੂਸਰਾ ਹਿੱਸਾ ਜੋ ਹੈ ਉਹ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਪੱਟੀ ਸਰਲੇਖ ਹੇਠ ਬਾਣੀ ਹੈ, ਉਹਦੇ 18 ਪਦੇ ਨੇ ਅਤੇ ਇਸ ਅੰਗ ਦੇ ਵਿੱਚ ਉਹਦੇ 5 ਪਦਿਆਂ ਦੀ ਵਿਚਾਰ ਹੋਏਗੀ। ਆਓ ਸਿੱਖਣ ਦਾ ਯਤਨ ਕਰੀਏ ਜੀ। ਪੱਬੈ ਭਾਲੈ ਹੈ ਸੇ ਫਲ ਪਾਵਹਿ, ਗੁਰ ਪ੍ਰਸਾਦੀ ਜਿਨ ਕਉ ਭਉ ਭਇਆ। ਭੱਬੇ ਅੱਖਰ ਤੋਂ ਇੱਕ ਸੰਦੇਸ਼ ਦੇ ਰਹੇ ਨੇ ਕਿ ਜਿਸ ਦੇ ਅੰਦਰ ਇਹ ਇੱਛਾ ਹੈ, ਤੜਫ ਹੈ, ਤਾਂਘ ਹੈ ਕਿ ਮੈਂ ਵਾਹਿਗੁਰੂ ਜੀ ਦੇ ਰੱਬੀ ਉਪਦੇਸ਼ਾਂ ਨੂੰ ਜ਼ਿੰਦਗੀ ਵਿੱਚ ਜਿਉਵਾਂ, ਜਿਹਦੇ ਅੰਦਰ ਇਹ ਭਾਵਨਾ ਬਣ ਗਈ, ਇੱਕ ਤੜਫ ਬਣ ਗਈ, ਜੋ ਮੈਨੂੰ ਗੁਰੂ ਪਾਤਸ਼ਾਹ ਨੇ ਗੁਰਬਾਣੀ ਦੀਆਂ ਸਿੱਖਿਆਵਾਂ ਦਿੱਤੀਆਂ ਨੇ, ਮੈਂ ਉਹਨਾਂ ਨੂੰ ਜ਼ਿੰਦਗੀ ਵਿੱਚ ਜਿਉਵਾਂ। ਭਾਲਣ ਤੁਰ ਪਏ ਉਹ ਗੁਣਾਂ ਨੂੰ, ਉਹ ਰੱਬ ਦੀ ਬਖਸ਼ਿਸ਼ ਨੂੰ ਭਾਲਣ ਤੁਰ ਪਏ। ਉਹਨਾਂ ਦੇ ਅੰਦਰ ਇੱਛਾ ਹੈ, ਚਿਤਵਨੀ ਹੈ, ਸੇ ਫਲ ਪਾਵੈ, ਉਹ ਪਾ ਲੈਂਦੇ ਨੇ। ਪਾਉਂਦੇ ਕਿਵੇਂ ਨੇ? ਗੁਰ ਪ੍ਰਸਾਦੀ, ਗੁਰਬਾਣੀ ਅੰਦਰ ਜੋ ਜ਼ਿੰਦਗੀ ਜਿਉਣ ਦਾ ਗੁਰ ਦਿੱਤਾ ਗਿਆ, ਉਹ ਜੋ ਗੁਰ ਸਰੂਪ ਹੈ ਉਹਨੂੰ ਮੰਨਦੇ ਹਾਂ, ਉਹਦੀ ਕਿਰਪਾ ਹੁੰਦੀ ਹੈ। ਪਰ ਇੱਕ ਸ਼ਰਤ ਹੈ, ਜਿਨ ਕਉ ਭਉ ਭਇਆ, ਜਿਹੜੇ ਰੱਬ ਦੇ ਭੈ ਵਿੱਚ ਜੀਵਨ ਜਿਉਂਦੇ ਨੇ, ਰੱਬ ਨੂੰ ਸਮਰਪਿਤ ਹੋ ਕੇ, ਗੁਰੂ ਪਿਤਾ ਜੀ ਨੂੰ ਸਮਰਪਿਤ ਹੋ ਕੇ ਜੀਵਨ ਜਿਉਂਦੇ ਨੇ, ਉਹ ਫਲ ਪ੍ਰਾਪਤ ਕਰ ਲੈਂਦੇ ਨੇ, ਭਾਵ ਜ਼ਿੰਦਗੀ ਸਫਲ ਕਰ ਲੈਂਦੇ ਨੇ। ਉਹਨਾਂ ਨੂੰ ਗੁਣਾਂ ਵਾਲਾ ਜੀਵਨ ਮਿਲਦਾ ਹੈ, ਪਰਉਪਕਾਰੀ ਬਿਰਤੀ ਮਿਲ ਜਾਂਦੀ ਹੈ, ਭਾਵਨਾ ਮਿਲ ਜਾਂਦੀ ਹੈ, ਲਗਨ ਮਿਲ ਜਾਂਦੀ ਹੈ। ਅਤੇ ਜਿਹੜੇ ਮਨ ਦੀਆਂ ਮਰਜ਼ੀਆਂ ਪਿੱਛੇ ਚੱਲਦੇ ਨੇ, ਮਨ ਮੁਖ ਫੇਰਾ ਹੈ ਸੇ ਚੇਤਹਿ ਮੂੜੇ, ਲੱਖ 84 ਫੇਰ ਪਿਆ। ਉਹ ਮਨ ਦੀਆਂ ਮਰਜ਼ੀਆਂ ਦੇ ਪਿੱਛੇ ਲੱਗ ਕੇ ਮੂਰਖ ਮਨ ਰੱਬ ਨੂੰ ਚੇਤਦੇ ਨਹੀਂ, ਰੱਬ ਦੀ ਯਾਦ ਨਹੀਂ ਉਹਨਾਂ ਦੇ ਅੰਦਰ ਆਉਂਦੀ, ਨਾ ਚੇਤਾ। ਉਹਨਾਂ ਦੇ ਚਿੱਤ ਚੇਤਾ ਹੀ ਨਹੀਂ ਕਿ ਗੁਣਾਂ ਵਾਲਾ ਜੀਵਨ ਜਿਉਣਾ ਹੈ, ਉਹਨਾਂ ਦੇ ਚਿੱਤ ਚੇਤਾ ਹੀ ਨਹੀਂ ਕਿ ਰੱਬ ਦੇ ਨਿਯਮ ਨੂੰ ਫੋਲੋ ਕਰਨਾ ਹੈ। ਅਤੇ ਉਹਨਾਂ ਦਾ ਮਨ ਜਿਹੜਾ ਹੈ ਉਹ ਪਸ਼ੂ ਪ੍ਰਵਿਰਤੀਆਂ, ਜਾਨਵਰ ਪ੍ਰਵਿਰਤੀਆਂ, ਅੰਦਰ ਔਗਣ ਪ੍ਰਵਿਰਤੀਆਂ, ਇਹ 84 ਲੱਖ ਜੂਨੀਆਂ ਦਾ ਸੁਭਾਅ ਇਹ ਮਨ ਬਾਰੀ ਬਾਰੀ ਨਾਲ ਚੁੱਕੀ ਜਾਂਦਾ। ਕਰਤੂਤ ਪਸ਼ੂ ਕੀ ਮਾਨਸ ਜਾਤ। ਗੁਰਬਾਣੀ ਅੰਦਰ ਜਦੋਂ ਅਸੀਂ ਕਿਸੇ ਦੇ ਔਗਣਾਂ ਦੀ ਐਵੇਂ ਸਵਾਦ ਲੈਣ ਵਾਸਤੇ ਨਿੰਦਾ ਕਰਦੇ ਹਾਂ, ਉਹ ਜਿਹੜਾ ਰਸ ਹੈ ਉਹਨੂੰ ਗੁਰਬਾਣੀ ਕਹਿੰਦੀ ਹੈ ਕਿ ਇਹ ਤੂੰ ਕਿਸੇ ਦੀ ਗੰਦਗੀ ਮੂੰਹ 'ਚ ਰੱਖ ਰਿਹਾ। ਅਤੇ ਗੰਦਗੀ ਮੂੰਹ 'ਚ ਕੌਣ ਰੱਖਦਾ? ਸੂਰ। ਉਸ ਵੇਲੇ ਮਨ ਕਿਹੜੀ ਜੂਨੀ 'ਚ ਹੈ? ਸੂਰ ਦੀ ਜੂਨੀ ਵਿੱਚ। ਫਿਰ ਗੁਰਬਾਣੀ ਅੰਦਰ ਲੋਭ ਨੂੰ ਕੁੱਤਾ ਕਿਹਾ ਹੈ। ਜਦੋਂ ਮਨ ਲੋਭੀ ਹੋ ਜਾਂਦਾ ਹੈ, ਗਰੀਡੀ ਹੈ, ਤਾਂ ਇਹ ਮਨ ਨੇ ਕਿਹੜੀ ਜੂਨੀ ਪ੍ਰਾਪਤ ਕਰ ਲਈ? ਕੁੱਤੇ ਦੀ। ਇਹ ਮਨ ਇੱਦਾਂ ਜੂਨੀਆਂ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ। ਇਹਨਾਂ ਜੂਨੀਆਂ ਨੂੰ ਹੀ ਨਿਵਾਰਨ ਦਾ ਗੁਰਮਤਿ ਦਾ ਕਨਸੈਪਟ ਹੈ। ਮਮੈ ਮੋਹ ਮਾਰਨ ਮਾਧ ਸੂਦਨ, ਮਰਨ ਭਇਆ ਤਵ ਚੇਤਵਿਆ। ਮੰਮਾ ਅੱਖਰ ਤੋਂ ਕਹਿ ਰਹੇ ਨੇ ਕਿ ਤੇਰੇ ਅੰਦਰ ਦੁਨਿਆਵੀ ਰਸਾਂ ਕਸਾਂ ਦੀ, ਦੁਨਿਆਵੀ ਆਦਤਾਂ ਦਾ ਇੱਕ ਮੋਹ ਪੈ ਗਿਆ, ਤੂੰ ਉਹਦੇ 'ਚ ਫਸ ਗਿਆ। ਤੂੰ ਮਰਨ ਨੂੰ ਵੀ ਭੁਲਾ ਲਿਆ, ਮੌਤ ਵੀ ਚੇਤੇ ਨਹੀਂ, ਅਤੇ ਮਧ ਸੂਦਨ ਰੱਬ ਨੂੰ ਵੀ ਭੁਲਾਈ ਬੈਠਾ ਹੈ। ਨਾ ਤੈਨੂੰ ਆਪਣਾ ਅੰਤ ਚੇਤੇ ਹੈ ਅਤੇ ਨਾ ਬੇਅੰਤ ਚੇਤੇ ਹੈ। ਮਰਨ ਭਇਆ ਤਵ ਚੇਤਵਿਆ। ਅਤੇ ਜਦੋਂ ਮੌਤ ਸਿਰ 'ਤੇ ਆਏਗੀ ਫਿਰ ਤੈਨੂੰ ਇਸ ਗੱਲ ਦੀ ਸਮਝ ਲੱਗੇਗੀ, ਫਿਰ ਉਸ ਵੇਲੇ ਬਹੁਤ ਦੇਰ ਹੋ ਚੁੱਕੀ ਹੋਏਗੀ। ਕਾਇਆ ਭੀਤਰ ਅਵਰੋ ਪੜ੍ਹਿਆ, ਮੰਮਾ ਅੱਖਰ ਵੀ ਸਰਿਆ। ਤੂੰ ਆਪਣੇ ਜੀਵਨ ਵਿੱਚ ਜੋ ਕੁਛ ਵੀ ਅੱਜ ਤੱਕ ਗਿਆਨ ਸੋਝੀ ਪ੍ਰਾਪਤ ਕੀਤੀ, ਉਹ ਤਾਂ ਦੁਨਿਆਵੀ ਪ੍ਰਾਪਤੀਆਂ, ਦੁਨਿਆਵੀ ਰਸ ਕਸ, ਦੁਨਿਆਵੀ ਸਵਾਦ
ਕੀ ਪੜ੍ਹਿਆ ਤੂੰ? ਇਹ ਤਾਂ ਹੋਰ ਹੀ ਕੁਝ ਪੜ੍ਹਦਾ ਰਿਹਾ, ਭਾਵ ਹੋਰ ਹੀ ਕੁਝ ਸਿੱਖਦਾ ਰਿਹਾ, ਹੋਰ ਹੀ ਕੁਝ ਜਿਉਂਦਾ ਰਿਹਾ। ਮੰਮਾ ਅੱਖਰ ਭੁੱਲ ਗਿਆ, ਮੰਮੇ ਤੋਂ ਮੌਤ ਤੇ ਮੰਮੇ ਤੋਂ ਮਧੂਸੂਦਨ, ਅੰਤ ਤੇ ਬੇਅੰਤ ਨੂੰ ਭੁਲਾਈ ਬੈਠਾ ਹੈ। ਯਈਆ ਜਨਮ ਨਾ ਹੋਵੀ ਕਦ ਹੀ, ਜੇਕਰ ਸੱਚ ਪਛਾਣੈ। ਯਈਆ ਅੱਖਰ ਤੋਂ ਕਹਿ ਰਹੇ ਨੇ ਕਿ ਜੇ ਤੈਨੂੰ ਸੱਚ ਦੇ ਨਾਲ ਸਾਂਝ ਪੈ ਜਾਵੇ। ਸੱਚ ਕੀ ਹੈ? ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਸੱਚ ਹੈ। ਇਹ ਜ਼ਿੰਦਗੀ ਦਾ ਹਿੱਸਾ ਬਣ ਜਾਵੇ। ਫਿਰ ਰੱਬੀ ਉਪਦੇਸ਼ ਸੱਚ ਹੈ। ਜੇ ਤੂੰ ਰੱਬੀ ਉਪਦੇਸ਼ ਨੂੰ ਜ਼ਿੰਦਗੀ ਵਿੱਚ ਜਿਉਣ ਲੱਗ ਜਾਵੇਂ, ਗੁਰਬਾਣੀ ਦੀਆਂ ਸਿੱਖਿਆਵਾਂ ਨੂੰ, ਇਹ ਸੱਚ ਨੂੰ ਪਛਾਣ ਲਿਆ, ਸੱਚ ਨਾਲ ਸਾਂਝ ਪੈ ਗਈ, ਤੇ ਸੱਚ ਰੱਬ ਦੇ ਗੁਣ ਨੇ। ਉਹਨਾਂ ਗੁਣਾਂ ਨੂੰ ਜ਼ਿੰਦਗੀ ਜਿਉਣਾ, ਸ਼ੁਕਰਾਨੇ ਵਜੋਂ ਦੂਸਰਿਆਂ ਲਈ ਵਰਤਣਾ, ਪਰਉਪਕਾਰ ਦੀ ਬਿਰਤੀ, ਤਾਂ ਸਮਝ ਲੈ ਸੱਚ ਪਛਾਣ ਲਿਆ। ਤੇ ਫਿਰ ਤੇਰੇ ਅੰਦਰ ਔਗਣਾਂ ਦਾ ਜਨਮ ਨਹੀਂ ਹੋਏਗਾ। ਇਹ ਤੇਰੇ ਅੰਦਰ ਜਿਹੜਾ ਜਨਮ ਮਰਨ ਹੁੰਦਾ ਉਹਦੇ ਤੋਂ ਬਚ ਜਾਏਗਾ। ਉਹਦੇ ਲਈ ਗੁਰਮੁਖ ਆਖੈ, ਗੁਰਮੁਖ ਬੂਝੈ, ਗੁਰਮੁਖ ਏਕੋ ਜਾਣੈ। ਗੁਰੂ ਪਾਤਸ਼ਾਹ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼, ਆਖੈ ਤੋਂ ਭਾਵ ਉਹਦੀ ਡਿਸਕਸ਼ਨ ਕਰਿਆ ਕਰ, ਉਹਦੀ ਚਰਚਾ ਕਰਿਆ ਕਰ, ਉਹਦੀ ਵਿਚਾਰ ਕਰਿਆ ਕਰ। ਗੁਰਮੁਖ ਬੂਝੈ, ਗੁਰੂ ਦੇ ਮੁਖ ਵਿੱਚੋਂ ਨਿਕਲੇ ਉਪਦੇਸ਼ ਨੂੰ ਬੁੱਝ, ਸਮਝ ਇਹਨੇ ਜ਼ਿੰਦਗੀ 'ਚ ਕਿੰਨਾ ਫਾਇਦਾ ਕਰਨਾ ਹੈ। ਜੇ ਮਿੱਠੇ ਬੋਲਣ ਦੀ ਆਦਤ ਪੈ ਗਈ, ਘਰ ਵਿੱਚ ਇੱਕ ਦੂਸਰੇ ਦੀ ਗੱਲ ਸਹਾਰਨ ਦਾ ਜਜ਼ਬਾ ਜਾਗ ਪਿਆ, ਇੱਕ ਦੂਸਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਦੀ ਅੰਦਰ ਭਾਵਨਾ ਬਣ ਗਈ, ਬੁੱਝ ਇਸ ਨੂੰ, ਇਹਨੇ ਘਰ ਧਰਮਸ਼ਾਲਾ ਬਣਾ ਦੇਣਾ। ਤੇ ਗੁਰੂ ਪਾਤਸ਼ਾਹ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ਾਂ ਨੂੰ ਜ਼ਿੰਦਗੀ 'ਚ ਜਿਉਂ ਕਿ ਉਸ ਰੱਬ ਨੂੰ, ਇੱਕੋ ਇੱਕ ਓਅੰਕਾਰ ਨੂੰ ਸਮਝ, ਉਹਦੇ ਨਾਲ ਸਾਂਝ ਪਾ, ਉਹਦੀ ਭੈ ਭਾਵਨੀ ਵਿੱਚ ਜਿਉਣਾ ਸਿੱਖ। ਰਾਰੈ ਰਬ ਰਹਿਆ ਸਭ ਅੰਤਰ, ਜੇਤੇ ਕੀਏ ਜਨਤਾ। ਰਾਰਾ ਅੱਖਰ ਤੋਂ ਕਹਿ ਰਹੇ ਨੇ ਕਿ ਜਿਸ ਰੱਬ ਨੇ ਆ ਸਾਰੇ ਜੀਵ ਪੈਦਾ ਕੀਤੇ ਨੇ, ਉਹ ਹਰ ਥਾਂ ਤੇ ਰਵਿਆ ਹੋਇਆ। ਰੱਬ ਸੱਚਾ ਗਿਆਨ ਬਣ ਕੇ ਹਰ ਥਾਂ ਤੇ ਹੈ, ਹਰ ਵਰਤਾਰੇ ਵਿੱਚ ਹੈ, ਸਿੱਖਿਆ ਜਾ ਸਕਦਾ ਹੈ। ਗੁਣ ਬਣ ਕੇ ਹਰ ਇੱਕ ਅੰਦਰ ਹੈ, ਮਹਿਸੂਸ ਕੀਤਾ ਜਾ ਸਕਦਾ ਹੈ। ਸ਼ਕਤੀਆਂ ਬਣ ਕੇ ਕੁਦਰਤ ਦੇ ਵਰਤਾਰਿਆਂ ਵਿੱਚ ਹੈ, ਫੁੱਲਾਂ ਦੇ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ। ਰੰਗ ਕੌਣ ਭਰ ਗਿਆ? ਉਹ ਮੇਰੇ ਪਿਆਰੇ ਦੇ ਚੋਜ ਨੇ। ਉਹ ਹਰ ਥਾਂ ਤੇ ਰਵਿਆ ਹੋਇਆ ਹੈ। ਜੰਤ ਉਪਾਏ ਧੰਦਾ ਸਭ ਲਾਏ, ਕਰਮ ਹੋਆ ਤਿਨ ਨਾਮ ਲਿਆ। ਉਹਨੇ ਜੀਵ ਪੈਦਾ ਕੀਤੇ, ਤੇ ਜਿਹੋ ਜੀ ਕਿਸੇ ਦੀ ਸੋਚ ਹੈ, ਜਿਹੋ ਜਿਹਾ ਸੁਭਾਅ ਹੈ, ਜਿਹੋ ਜੀ ਨੀਤ ਹੈ, ਉਹ ਜਿਹੇ ਧੰਦੇ ਲਾਇਆ ਹੋਇਆ। ਤੇ ਜਿਨ੍ਹਾਂ ਤੇ ਬਖਸ਼ਿਸ਼ ਹੋਈ, ਕਰਮ ਹੋਇਆ, ਇੱਥੇ ਕਰਮ ਦੇ ਅਰਥ ਬਖਸ਼ਿਸ਼ ਹੈ, ਤਿਨ ਨਾਮ ਲਿਆ। ਉਹਨਾਂ ਨੇ ਰੱਬੀ ਉਪਦੇਸ਼, ਗੁਰਬਾਣੀ ਦੀਆਂ ਸਿੱਖਿਆਵਾਂ, ਗਿਆਨ ਰੂਪੀ ਨਾਮ ਗੁਰੂ ਤੋਂ ਲਿਆ, ਉਹਨੂੰ ਜ਼ਿੰਦਗੀ 'ਚ ਜਿਉਇਆ। ਗੁਣਾਂ ਵਾਲਾ ਜੀਵਨ ਜਿਉਂਦਿਆਂ ਫਿਰ ਅੰਦਰ ਸ਼ੁਕਰਾਨਾ ਜਾਗਿਆ, ਗੁਣਾਂ ਦੇ ਨਾਲ ਪਰਉਪਕਾਰ ਦੀ ਬਿਰਤੀ 'ਤੇ ਤੁਰਿਆ। ਫਿਰ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਹਰ ਵੇਲੇ ਅੰਦਰ ਬਣਿਆ, ਜਿਨ੍ਹਾਂ ਤੇ ਬਖਸ਼ਿਸ਼ ਹੋਈ। ਲੱਲੈ ਲਾਏ ਧੰਦਾ ਜਿਨ ਛੋਡੀ, ਮੀਠਾ ਮਾਇਆ ਮੋਹ ਕੀਆ। ਜਿਨ ਛੋਡੀ ਦੇ ਲਾ ਛੱਡੀ, ਲਾਏ ਛੋਡੀ। ਜਿਸ ਵਾਹਿਗੁਰੂ ਜੀ, ਲੱਲੇ ਅੱਖਰ ਤੋਂ ਕਹਿ ਰਹੇ ਨੇ, ਜਿਸ ਰੱਬ ਨੇ ਦੁਨੀਆ ਨੂੰ ਸੋਚ ਸੁਭਾਅ, ਜਿਹੋ ਜਿਹੇ ਵਿਚਾਰ ਨੇ, ਉਹ ਜਿਹੇ ਧੰਦੇ ਲਾ ਦਿੱਤਾ ਹੈ। ਉਹਦੇ ਅੰਦਰ ਮਾਇਆ ਦਾ ਮੋਹ ਬੜਾ ਮਿੱਠਾ ਲੱਗਦਾ ਹੈ। ਹੰਕਾਰ, ਗੁਮਾਨ, ਵਿਖਾਵੇ ਵਿੱਚ ਦੂਜਿਆਂ 'ਤੇ ਪ੍ਰਭਾਵ ਪਾਉਣਾ ਬਹੁਤ ਚੰਗਾ ਲੱਗਦਾ ਹੈ। ਕ੍ਰੋਧ ਵਿੱਚ ਉੱਚੀ ਬੋਲ ਕੇ ਦੂਸਰੇ ਨੂੰ ਦਬਾ ਦੇਣਾ ਬੜਾ ਚੰਗਾ ਲੱਗਦਾ ਹੈ। ਲੋਕ ਲਾਜ ਨੂੰ ਸਾਹਮਣੇ ਰੱਖ ਕੇ ਬੜਾ ਚੰਗਾ ਲੱਗਦਾ ਹੈ। ਇਸ ਤਰ੍ਹਾਂ ਦੁਨੀਆ ਇਸ ਧੰਦੇ ਲਾਈ ਹੋਈ ਹੈ, ਮਾਇਆ ਦੇ ਮੋਹ ਦੇ ਰਸਾਂ ਵਿੱਚ। ਖਾਣਾ ਪੀਣਾ, ਸਮ ਕਰ ਸਹਿਣਾ, ਭਾਣਾ ਤਾਂ ਕਹਿ ਹੁਕਮ ਪਿਆ। ਇੱਥੇ ਦੋ ਸ਼ਬਦ ਸਿੰਬੋਲਿਕ ਨੇ। ਖਾਣਾ ਪੀਣਾ ਸੁੱਖ ਦਾ ਸਿੰਬੋਲਿਕ ਹੈ, ਸਹਿਣਾ ਦੁੱਖ ਦਾ ਸਿੰਬੋਲਿਕ ਹੈ। ਦੋਨੋਂ ਹੀ ਨਹੀਂ। ਰੱਬ ਦੇ ਨਿਜ਼ਮ ਵਿੱਚ ਸੁੱਖ ਵੀ ਆਉਣਗੇ, ਦੁੱਖ ਵੀ ਆਉਣਗੇ, ਕਿਉਂਕਿ ਉਹਦਾ ਨਿਜ਼ਮ ਹੈ ਭਾਣਾ, ਉਹਦਾ ਹੁਕਮ ਹੈ, ਨਿਜ਼ਮ ਚੱਲ ਰਿਹਾ। ਉਹਦੇ ਹੁਕਮ ਦੇ ਵਿੱਚ ਇਹ ਦੋਨੋਂ ਚੱਲਦੇ ਨੇ। ਪਰ ਜਿਹੜਾ ਉਹਦੇ ਹੁਕਮ ਨੂੰ ਬੁੱਝ ਕੇ ਸੁੱਖਾਂ ਨੂੰ ਸ਼ੁਕਰਾਨੇ ਵਿੱਚ ਤੇ ਦੁੱਖਾਂ ਨੂੰ ਰਜ਼ਾ ਵਿੱਚ ਜ਼ਿੰਦਗੀ ਜਿਉਂ ਗਿਆ, ਉਹ ਬਖਸ਼ਾਂ ਪ੍ਰਾਪਤ ਕਰ ਗਿਆ। ਬਾਕੀ ਦੁਨੀਆ ਮੋਹ ਮਾਇਆ ਦੇ ਧੰਦੇ ਲੱਗੀ ਹੋਈ। ਵਵੈ ਵਾਸ ਦਿਓ ਪਰਮੇਸ਼ਰ, ਵੇਖਣ ਕੋ ਜਿਨ ਵੇਸ ਕੀਆ। ਵਾਵਾ ਅੱਖਰ ਤੋਂ ਕਹਿ ਰਹੇ ਨੇ, ਉਹ ਵਾਸਦੇਵ ਪਰਮੇਸ਼ਰ ਰੱਬ ਆਪ, ਉਸਨੇ ਇਹ ਜਗਤ ਤਮਾਸ਼ਾ ਦੇਖਣ ਵਾਸਤੇ ਪੈਦਾ ਕੀਤਾ। ਜਿਨ ਵੇਸ, ਵੇਸ ਭਾਵ ਸਾਰਾ ਸੰਸਾਰ, ਸਮੁੱਚਾ ਯੂਨੀਵਰਸ, ਇਹ ਬ੍ਰਹਿਮੰਡ ਦੇਖਣ ਕੋ, ਜਗਤ ਤਮਾਸ਼ਾ ਦੇਖਣ ਵਾਸਤੇ ਉਹਨੇ ਪੈਦਾ ਕਰ ਦਿੱਤਾ ਰੱਬ ਨੇ। ਵੇਖੈ ਚਾਖੈ ਸਭ ਕਿਹ ਜਾਣੈ,
ਅੰਤਰ ਬਾਹਰ ਰੱਬ ਰਹਿਆ, ਰੱਬ ਦੇਖ ਰਿਹਾ, ਦੇਖ ਦੇਖ ਕੇ ਦਾ ਸਵਾਦ ਮਾਣ ਰਿਹਾ, ਪਰਖ ਰਿਹਾ ਇਸ ਨੂੰ, ਸਭ ਕੁਝ ਜਾਣਦਾ ਕਿਉਂਕਿ ਹਰ ਥਾਂ ਤੇ ਰਵਿਆ ਹੋਇਆ। ਪਰ ਮਨੁੱਖ ਨੂੰ ਇਹ ਸਮਝ ਨਹੀਂ, ਜਿਵੇਂ ਜਪਜੀ ਸਾਹਿਬ ਵਿੱਚ ਕਿਹਾ, ਉਹ ਵੇਖੈ ਉਹਨਾਂ ਨਜ਼ਰ ਨਾ ਆਵੈ, ਬਹੁਤਾ ਇਹ ਵਡਾਣ। ਬੜਾ ਕਮਾਲ ਦਾ ਕੌਤਕ ਹੈ। ਰੱਬ ਦੇਖ ਰਿਹਾ, ਮਨੁੱਖਾਂ ਨੂੰ ਸਮਝ ਨਹੀਂ ਆ ਰਹੀ। ਰਾੜ ਹੈ, ਰਾੜ ਕਰਾਂ ਕਿਆ ਪ੍ਰਾਣੀ, ਤੇ ਸਹਿ ਧਿਆਵੋ ਜੇ ਅਮਰ ਹੁਆ। ਰਾੜਾ ਅੱਖਰ ਤੋਂ ਕਹਿ ਰਹੇ ਨੇ, ਰਾੜ ਰਾੜ ਹੁੰਦਾ ਬਹਿਸ ਮੁਆਸੇ ਕਰਨੇ, ਲੜਾਈ ਝਗੜੇ ਕਰਨੇ। ਇਹ ਪ੍ਰਾਣੀ ਇਹ ਕੀ ਕਰ ਰਿਹਾ ਤੂੰ? ਇੱਦਾਂ ਬਹਿਸ ਮੁਆਸਿਆਂ ਦੇ ਵਿੱਚ, ਲੜਾਈ ਝਗੜਿਆਂ ਦੇ ਵਿੱਚ, ਧੜੇ ਬੰਦੀਆਂ 'ਚ ਕਿਉਂ ਜਿਉ ਰਹੇ? ਉਸ ਨੂੰ ਧਿਆ ਜੋ ਅਮਰ ਹੈ, ਜੋ ਕਦੀ ਮਰਦਾ ਨਹੀਂ, ਜਿਸ ਨੇ ਤੇਰੇ ਅੰਦਰ ਇੱਕ ਐਸਾ ਰਸ ਭਰ ਦੇਣਾ ਜਿਹੜਾ ਰਸ ਭਰ ਕਦੀ ਮਰਨਾ ਨਹੀਂ, ਐਸਾ ਜਜ਼ਬਾ ਭਰ ਦੇਣਾ ਜਿਹੜਾ ਜਜ਼ਬਾ ਕਦੀ ਮਰਨਾ ਨਹੀਂ। ਤੇ ਸਹਿ ਧਿਆਵਹੁ ਸੱਚ ਸਮਾਵਹੁ, ਉਸ ਬਿਟੋਂ ਕੁਰਬਾਨ ਕੀਆ। ਉਸ ਵੱਲ ਧਿਆਨ ਰੱਖ, ਰੱਬ ਦੇ ਉਪਦੇਸ਼, ਰੱਬ ਦੇ ਗੁਣਾਂ ਵੱਲ ਧਿਆਨ ਰੱਖ, ਤੇ ਸੱਚ ਵਿੱਚ ਸਮਾ ਜਾ। ਸੱਚ ਦੇ ਰਸ ਵਿੱਚ, ਗੁਣਾਂ ਦੇ ਰਸ ਵਿੱਚ ਸਮਾਇਆ ਰਹਿ। ਉਹਦੇ ਤੋਂ ਕੁਰਬਾਨ ਹੋ, ਬਲਿਹਾਰ ਹੋ, ਰੱਬ ਨੂੰ ਸਮਰਪਿਤ ਹੋ ਜਾ। ਹਾ ਹੈ ਹੋਰ ਨਾ ਕੋਈ ਦਾਤਾ, ਜੀ ਉਪਾਏ ਜਿਨ ਰਿਜ਼ਕ ਦੀਆ। ਹਾ ਅੱਖਰ ਤੋਂ ਕਹਿ ਰਹੇ ਨੇ ਕਿ ਜਿਸ ਵਾਹਿਗੁਰੂ ਜੀ ਨੇ ਸਾਨੂੰ ਪੈਦਾ ਕੀਤਾ, ਉਸੇ ਨੇ ਰਿਜ਼ਕ ਦਿੱਤਾ ਹੈ, ਉਹਦੇ ਤੋਂ ਬਿਨਾਂ ਕੋਈ ਵੀ ਨਹੀਂ। ਹਰ ਨਾਮ ਧਿਆਵਹੁ, ਹਰ ਨਾਮ ਸਮਾਵਹੁ, ਅਨ ਦਿਨ ਲਾਹਾ ਹਰ ਨਾਮ ਲੀਆ। ਰੱਬ ਦੇ ਨਾਮ ਨੂੰ, ਰੱਬੀ ਉਪਦੇਸ਼ ਨੂੰ, ਤੇ ਰੱਬ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਨੂੰ ਆਪਣੇ ਧਿਆਨ ਵਿੱਚ ਰੱਖ। ਹਰ ਵੇਲੇ ਉਸ ਵੱਲ ਧਿਆਨ ਹੋਵੇ ਤੇਰਾ, ਤੇ ਉਹਦੇ ਰੱਬੀ ਉਪਦੇਸ਼ ਨੂੰ ਜ਼ਿੰਦਗੀ ਜਿਉਂ ਕੇ ਸਮਾ ਜਾ। ਉਹਦੇ 'ਚ ਗੂੜਾ ਪਿਆਰ ਕਰ। ਨਿੱਤ ਤੈਨੂੰ ਇਸ ਨਾਮ ਦਾ ਰਾਹ ਲਾਹਾ ਲੈਣਾ ਹੈ। ਜਿਨ੍ਹਾਂ ਨੇ ਲਿਆ ਉਹ ਜੀਵਨ ਸਫਲ ਕਰ ਗਏ। ਆਇੜਾ ਐੜਾ ਆਪ ਕਰੇ ਜਿਨ ਛੋਡੀ, ਜੋ ਕੁਛ ਕਰਨਾ ਸੋ ਕਰ ਰਿਹਾ। ਐੜਾ ਅੱਖਰ ਤੋਂ ਕਹਿ ਰਹੇ ਨੇ, ਉਹ ਰੱਬ ਨੇ ਆਪ ਹੀ ਇਹ ਦੁਨੀਆ ਪੈਦਾ ਕੀਤੀ, ਤੇ ਉਹਨੂੰ ਜਿਵੇਂ ਚੰਗਾ ਲੱਗਦਾ ਉਵੇਂ ਕਰ ਰਿਹਾ। ਸਮੁੱਚੇ ਸੰਸਾਰ ਵਿੱਚ, ਸੰਸਾਰ ਦੇ ਕਿਸੇ ਹਿੱਤੇ ਵਿੱਚ ਸਮੂਹਿਕ ਵੱਡੇ ਵਰਤਾਰੇ ਕਿਵੇਂ ਵਰਤਦੇ ਨੇ, ਇਹ ਰੱਬ ਹੀ ਜਾਣਦਾ ਹੈ। ਕਦੋਂ ਕਿਤੇ ਸੁਨਾਮੀ ਲਹਿਰਾਂ ਆ ਜਾਂਦੀਆਂ ਨੇ, ਕਦੋਂ ਕਿਤੇ ਤੂਫਾਨ ਆ ਜਾਂਦੇ ਨੇ, ਭੂਚਾਲ ਆ ਜਾਂਦੇ ਨੇ, ਅਰਥਕੁਇਕ, ਕਦੋਂ ਕਿਤੇ ਵੱਡੇ ਵਰਤਾਰੇ ਵਰਤ ਕੇ ਸਭ ਕੁਛ ਹੀ ਉਲਟਾ ਪੁਲਟਾ ਹੋ ਜਾਂਦਾ ਹੈ। ਉਹਨੂੰ ਜਿਵੇਂ ਚਾਹੁੰਦਾ ਹੈ ਉਹ ਕਰੀ ਜਾ ਰਿਹਾ। ਇਹਦਾ ਕੋਈ ਭੇਦ ਨਹੀਂ ਪਾ ਸਕਦਾ। ਕਰੇ ਕਰਾਏ ਸਭ ਕਿਛ ਜਾਣੈ, ਨਾਨਕ ਸ਼ਾਇਰ ਇਵ ਕਹਿਆ। ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਆਪ ਨੂੰ ਕਵੀ ਕਹਿੰਦੇ ਨੇ। ਸ਼ਾਇਰ, ਕਵੀ, ਕਵਿਤਾਵਾਂ ਉਚਾਰਨ ਕਰਨ ਵਾਲੇ। ਕਹਿੰਦੇ ਨਾਨਕ ਸ਼ਾਇਰ ਨੇ ਇਸ ਤਰੀਕੇ ਨਾਲ ਦੱਸਿਆ ਭਾਈ ਕਿ ਜੋ ਕੁਛ ਕਰ ਰਿਹਾ ਉਹ ਰੱਬ ਕਰ ਰਿਹਾ, ਉਹਦੇ ਨਿਜ਼ਮ ਵਿੱਚ ਚੱਲ ਰਿਹਾ। ਉਹਦੇ ਨਿਜ਼ਮ ਨੂੰ ਸਮਝੀਏ, ਉਹਦੇ ਉਪਦੇਸ਼ਾਂ ਨੂੰ ਜ਼ਿੰਦਗੀ ਜਿਉਈਏ। ਇਹ 35 ਪਦਿਆਂ ਦੀ ਪੱਟੀ ਨਾਮ ਦੀ ਬਾਣੀ ਗੁਰੂ ਨਾਨਕ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਹੈ। ਅੱਗੋਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ, ਉਹਨਾਂ ਨੇ ਵੀ ਪੱਟੀ ਬਾਣੀ ਉਚਾਰਨ ਕੀਤੀ। ਉਹ 18 ਪਦਿਆਂ ਦੀ ਹੈ। ਉਹਦੇ 5 ਪਦਿਆਂ ਦੀ ਵਿਚਾਰ ਇਸ ਅੰਗ ਤੇ ਅੱਜ ਆਪਾਂ ਕਰ ਰਹੇ ਹਾਂ। ਰਾਗ ਆਸਾ, ਮਹੱਲਾ ਤੀਜਾ, ਪੱਟੀ। ਆਸਾ ਰਾਗ ਹੈ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ। ਪੱਟੀ ਇਹਦਾ ਸਰਲੇਖ ਹੈ। ਪੱਟੀ ਤੋਂ ਭਾਵ ਫੱਟੀ ਅੱਖਰਾਂ ਦੇ ਨਾਲ। ਉਸ ਵੇਲੇ ਹਿੰਦੀ ਅੱਖਰ ਚੱਲਦੇ ਸੀ, ਹੁਣ ਹਿੰਦੀ ਅੱਖਰ ਤੋਂ 18 ਪਦਿਆਂ ਦੀ ਪੰਕਤੀ ਹੈ। ਵਾਹਿਗੁਰੂ ਬਾਣੀ ਹੈ ਪੱਟੀ। ਸ਼ੁਰੂਆਤ ਵਿੱਚ ਮੂਲ ਮੰਤਰ ਦਾ ਸੰਖੇਪ ਸਰੂਪ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਜੀ ਇੱਕ ਹੈ। ਸਤਿਗੁਰ ਸਰੂਪ ਸੱਚਾ ਗਿਆਨ, ਉਹਦੀ ਕਿਰਪਾ ਹੋਵੇ। ਸੱਚੇ ਗਿਆਨ ਨੂੰ ਮੰਨਾਂਗੇ, ਉਹਦੀ ਕਿਰਪਾ ਹੋਏਗੀ, ਤੇ ਰੱਬ ਦੀ ਹੋਂਦ ਮਹਿਸੂਸ ਹੋਏਗੀ। ਆਇਓ ਅੰਗ ਹੈ ਸਭ ਜਗ ਆਇਆ, ਕੱਖ ਹੈ ਗੰਗ ਹੈ ਕਾਲ ਭਇਆ। ਆ ਬੜੀ ਕਮਾਲ ਦੀ ਚੀਜ਼ ਹੈ। ਆਇਓ, ਆਇਓ ਹੈ ਪੰਜਾਬੀ ਦੇ ਵਿੱਚ 3 ਸਵਰ ਨੇ, ਹਿੰਦੀ ਵਿੱਚ ਵੀ ਵਰਤੇ ਜਾਂਦੇ। ਊੜਾ, ਐੜਾ, ਈੜੀ। ਇਸੇ ਦੀਆਂ ਮਾਤਰਾਵਾਂ ਨਾਲ ਸਾਰੀ ਮੁਹਾਰਨੀ ਬਣਦੀ ਹੈ। ਅੰਗ ਹੈ, ਅੰਗ ਹੈ, ਉਹ ਜਿਹੜੀ ਸਾਰੀ ਮੁਹਾਰਨੀ ਬਣਦੀ ਹੈ ਉਹਨੂੰ ਆਇਓ ਅੰਗ ਕਹਿੰਦੇ ਸੀ। ਜਾਣੀ ਊੜੇ ਦੀਆਂ ਮਾਤਰਾਵਾਂ ਨੇ, ਜਿਹੜਾ ਗੁਰਮੁਖੀ ਹੈ ਨਾ ਜਾਂ ਪੰਜਾਬੀ ਹੈ, ਮਾਂ ਬੋਲੀ, ਸਾਡੀ ਗੁਰੂ ਬੋਲੀ, ਉਹਦੇ ਜਿਹੜਾ ਊੜਾ, ਐੜਾ, ਈੜੀ ਹੈ ਨਾ, ਇਹ 3 ਸਵਰ ਨੇ। ਬਾਕੀ ਸਾਰੇ ਵਿਅੰਜਨ ਨੇ। ਸਵਰ ਮੀਨਸ ਵੋਵਲਸ।
ਵਿਅੰਜਨ ਮੀਨ ਕੌਨਸੋਨੈਂਟਸ। ਜਿਹੜੇ ਵਾਵਲਸ ਨੇ ਉਹ ਜਦੋਂ ਅਸੀਂ ਬੋਲਦੇ ਹਾਂ, ਉਹਦੀ ਆਵਾਜ਼ ਬੋਲਦੇ ਹਾਂ, ਤਾਂ ਸਾਡੇ ਦੰਦ, ਜੀਭ ਅਤੇ ਬੁੱਲ, ਇਹ ਨਹੀਂ, ਬੁੱਲ ਟੱਚ ਨਹੀਂ ਹੁੰਦੇ, ਜੀਭ ਦੰਦਾਂ ਨਾਲ ਨਹੀਂ ਲੱਗਦੀ, ਨਹੀਂ ਸਿੱਧੀ ਆਵਾਜ਼ ਆਉਂਦੀ ਊ ਆ ਈ ਇੱਦਾਂ। ਅਤੇ ਉਹਦੇ 'ਚ ਊੜੇ ਦੇ ਕੋਲ ਆਪਣੀਆਂ ਮਾਤਰਾਵਾਂ ਨੇ। ਊੜੇ ਦੇ ਕੋਲ ਔਂਕੜ ਹੈ, ਊੜੇ ਨੂੰ ਦਲੈਂਕੜ ਲੱਗਦਾ ਹੈ, ਊੜੇ ਨੂੰ ਹੋੜਾ ਲੱਗਦਾ ਹੈ। ਇਹ ਤਿੰਨੋਂ ਮਾਤਰਾਵਾਂ ਐੜੇ ਈੜੀ ਨੂੰ ਨਹੀਂ ਲੱਗਦੀਆਂ। ਐੜਾ ਮੁਕਤਾ ਆ ਸਕਦਾ ਹੈ ਬਿਨਾਂ ਮਾਤਰਾ ਤੋਂ, ਊੜਾ ਅਤੇ ਈੜੀ ਮੁਕਤਾ ਨਹੀਂ ਆਉਂਦੀ, ਬਿਨਾਂ ਮਾਤਰਾ ਤੋਂ ਨਹੀਂ ਆਉਂਦੀ। ਐੜੇ ਨੂੰ ਕੰਨਾ ਲੱਗਦਾ ਹੈ, ਐੜੇ ਨੂੰ ਕਨੌੜਾ ਲੱਗਦਾ ਹੈ, ਐੜੇ ਨੂੰ ਦਲਾਵਾਂ ਲੱਗਦੀਆਂ ਨੇ। ਇਹ ਮਾਤਰਾਵਾਂ ਊੜੇ ਈੜੀ ਨੂੰ ਨਹੀਂ ਲੱਗਦੀਆਂ। ਈੜੀ ਨੂੰ ਸਿਹਾਰੀ ਲੱਗਦੀ ਹੈ, ਈੜੀ ਨੂੰ ਬਿਹਾਰੀ ਲੱਗਦੀ ਹੈ, ਈੜੀ ਨੂੰ ਲਾਮ ਲੱਗਦੀ ਹੈ। ਇਹ ਊੜੇ ਐੜੇ ਨੂੰ ਨਹੀਂ ਆਉਂਦੀਆਂ। ਇਹ ਜਿਹੜੀਆਂ ਇਹਨਾਂ ਦੀਆਂ ਮਾਤਰਾਵਾਂ ਨਾਲ ਹੀ ਬਾਕੀ ਜਿਹੜੇ ਕੌਨਸੋਨੈਂਟਸ ਨੇ, ਵਿਅੰਜਨ ਨੇ, ਉਹਦੇ ਨਾਲ ਪੂਰਾ ਸ਼ਬਦ ਬਣਦਾ ਹੈ। ਅਤੇ ਇਹਨੂੰ ਆਇਓ ਅੰਗੈ ਕਹਿੰਦੇ ਸੀ ਉਸ ਵੇਲੇ। ਕਹਿੰਦੇ ਵੀ ਆਇਓ ਅੰਗੈ ਤੋਂ ਸਿੱਖ ਕਿ ਇਹ ਸਾਰਾ ਜਿਹੜਾ ਜੱਗ ਹੈ ਇਹ ਰੱਬ ਤੋਂ ਪੈਦਾ ਹੋਇਆ। ਕਾਖੈ ngੰਘੈ, ਕਾਖੈ ngੰਘੈ ਤੋਂ ਭਾਵ ਕੱਕੇ ਤੋਂ ਲੈ ਕੇ ngੰਘੇ ਤੱਕ ਦੀ ਜਿਹੜੀ ਪੰਕਤੀ ਹੈ ਇਹਨੂੰ ਕਵਰਗ ਕਹਿੰਦੇ ਨੇ, ਕੱਕੇ ਦੀ ਫੈਮਿਲੀ। ਜਦੋਂ ਅਸੀਂ ਕੱਕੇ ਦੇ ਤੋਂ ngੰਘੇ ਤੱਕ ਬੋਲਾਂਗੇ ਤੁਸੀਂ ਦੇਖੋਗੇ ਜੀਭ ਇੱਕੋ ਥਾਂ 'ਤੇ ਲੱਗੇਗੀ, ਕ ਖ ਗ ਕ ङ। ਇਸੇ ਤਰ੍ਹਾਂ ਚੱਚੇ ਦੀ ਫੈਮਿਲੀ ਬੋਲਾਂਗੇ, ਜੀਭ ਇੱਕੋ ਥਾਂ 'ਤੇ ਲੱਗੇਗੀ, ਚ ਛ ਜ ਚ ਝ। ਅੱਗੇ ਲੱਗੇਗੀ ਜੀਭ। ਟ ਤਾਲੂਏ 'ਤੇ ਲੱਗੇਗੀ, ਟ ਠ ਡ ਟ ਣ। ਇਸ ਤਰ੍ਹਾਂ ਇਹ ਅੱਖਰਾਂ ਦੇ ਵਰਗ ਨੇ, ਅੱਖਰਾਂ ਦੀਆਂ ਫੈਮਲੀਆਂ ਨੇ। ਅਤੇ ਕੱਕੇ ਦੀ ਫੈਮਿਲੀ ਜਿਹੜੀ ਹੈ ਉਹਨੂੰ ਕਾਖੈ ngੰਘੈ ਕਹਿੰਦੇ ਸੀ, ਕੱਕੇ ਤੋਂ ਲੈ ਕੇ ngੰਘਿਆਂ ਤੱਕ। ਹੁਣ ਸਤਿਗੁਰੂ ਜੀ ਇਹ ਸਵਰਾਂ ਤੋਂ ਅਤੇ ਕੱਕੇ ਤੋਂ ngੰਘੇ ਤੱਕ ਤੋਂ ਕਹਿੰਦੇ ਸਿੱਖ ਇਸ ਤੋਂ ਕਿ ਸਾਰਾ ਜੱਗ ਰੱਬ ਤੋਂ ਪੈਦਾ ਹੋਇਆ, ਇੱਕ ਦਿਨ ਮੌਤ ਹੋਣੀ ਹੈ, ਕਾਲ ਪਿਆ। ਰੀ ਰੀ ਲੱਲੀ ਪਾਪ ਕਮਾਣੇ, ਪੜ੍ਹ ਅਵਗੁਣ ਗੁਣ ਵੀਸਰਿਆ। ਰੀ ਰੀ ਲੱਲੀ ਹਿੰਦੀ ਦੇ ਵਿੱਚ ਰ, ਰਿਸ਼ੀ ਵਾਲਾ ਰ। ਫਿਰ ਲੱਲੇ ਨੂੰ ਪੈਰ 'ਚ ਰਾਰਾ ਵੀ ਲੱਗਦਾ, ਲਰੀ, ਉਹਨੂੰ ਰੀਰੀ ਲੱਲੀ ਕਹਿੰਦੇ ਸੀ। ਹੁਣ ਕਹਿੰਦੇ ਰੀਰੀ ਲੱਲੀ ਤੋਂ, ਕਿਉਂਕਿ ਜਿਹੜਾ ਪਾਂਧਾ ਸੀ ਨਾ, ਇਹ ਪਾਂਧੇ ਨੂੰ ਲਿਖੀ ਹੋਈ ਹੈ ਪੱਟੀ। ਪਾਂਧੇ ਨੂੰ, ਟੀਚਰ ਨੂੰ ਕਿਹਾ ਗਿਆ ਕਿ ਤੂੰ ਆ ਪੜ੍ਹਾ ਰਿਹਾ, ਆਇਓ ਅੰਗੈ ਪੜ੍ਹਾ ਰਿਹਾ, ਕਾਖੈ ngੰਘੈ ਪੜ੍ਹਾ ਰਿਹਾ, ਰੀਰੀ ਲੱਲੀ ਪੜ੍ਹਾ ਰਿਹਾ। ਪਿਆਰਿਆ ਦੇਖ, ਇਹਦੇ ਤੋਂ ਸਿੱਖ ਪਾਪ ਕਮਾਉਂਦਾ ਬੰਦਾ, ਅਵਗਣ ਖੱਟਦਾ ਹੈ, ਉਹਦੀਆਂ ਆਦਤਾਂ ਦੀ, ਔਗਣਾਂ ਦੀਆਂ ਆਦਤਾਂ ਦੀ ਕਮਾਈ ਉਹਦੇ ਅੰਦਰ ਹੁੰਦੀ ਹੈ। ਗੁਣ ਵਿਸਰ ਗਏ, ਔਗਣਿਆਰਾ ਬਣ ਗਿਆ। ਸਿੱਖ ਇਹਦੇ ਤੋਂ, ਇਹਨਾਂ ਅੱਖਰਾਂ ਤੋਂ ਜ਼ਿੰਦਗੀ ਦੀਆਂ ਅਸਲੀ ਰਮਜਾਂ ਸਿੱਖ। ਕਿਉਂਕਿ ਗੁਰਬਾਣੀ ਅੰਦਰ ਇੱਕ ਬੜਾ ਕਮਾਲ ਦਾ ਵਿਚਾਰ ਹੈ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਜੇ ਤੂੰ ਪਰਉਪਕਾਰੀ ਹੈ, ਜੇ ਤੇਰਾ ਜੀਵਨ ਪਰਉਪਕਾਰੀ ਹੈ, ਤਾਂ ਤੈਨੂੰ ਵਿਦਿਆ ਦੀ ਅਸਲੀ ਸਮਝ ਆ ਗਈ, ਤੈਨੂੰ ਅਸਲੀ ਰੀਅਲ ਐਜੂਕੇਸ਼ਨ ਦਾ ਪਤਾ ਲੱਗ ਗਿਆ, ਅਸਲੀ ਵਿਦਿਆ ਕੀ ਹੈ, ਅਸਲੀ ਪੜ੍ਹਾਈ ਕੀ ਹੈ। ਅਤੇ ਜੇ ਆਪਣੇ ਜੀਵਨ ਨੂੰ ਪਰਉਪਕਾਰੀ ਨਾ ਬਣਾਇਆ, ਰੱਬ ਦੀ ਭੈ ਭਾਵਨੀ ਵਾਲਾ ਨਾ ਬਣਾਇਆ, ਫਿਰ ਤੈਨੂੰ ਇਸ ਵਿਦਿਆ ਨੇ ਉਲਝਾ ਲਿਆ, ਫਿਰ ਇਸ ਐਜੂਕੇਸ਼ਨ ਨੇ ਤੈਨੂੰ ਉਲਝਾ ਲਿਆ। ਮਨ ਐਸਾ ਲੇਖਾ ਤੂੰ ਕੀ ਪੜ੍ਹਿਆ ਐ ਮਨਾ। ਤੂੰ ਕਿਹੜਾ ਲੇਖਾ ਪੜ੍ਹਿਆ, ਕਿਹੜਾ ਗਿਆਨ ਸਿੱਖਿਆ, ਤੂੰ ਕਿਹੜੀ ਸੋਝੀ ਲਈ ਹੈ, ਕਿੱਧਰ ਨੂੰ ਉਲਝ ਗਿਆ। ਲੇਖਾ ਦੇਣਾ ਤੇਰਾ ਸਿਰ ਰਹਿਆ ਰਹਾਓ। ਤੇਰਾ ਸਿਰ ਦੇ ਅਰਥ ਹੈ ਸੋਚ, ਤੇਰੀ ਸੋਚ, ਤੇਰੇ ਫੈਸਲੇ ਦਾ ਲੇਖਾ ਜੋਖਾ ਹੋ ਰਿਹਾ ਅਤੇ ਜ਼ਿੰਦਗੀ 'ਚ ਤੈਨੂੰ ਦੁੱਖ ਸੁੱਖ ਮਿਲ ਰਹੇ ਨੇ ਤੇਰੀ ਸੋਚ ਦੇ। ਸੋਚ, ਇਹ ਸਭ ਕੁਝ ਸੋਚ ਵਿੱਚੋਂ ਨਿਕਲਦਾ, ਸੁਭਾਅ ਵਿੱਚੋਂ ਨਿਕਲਦਾ। ਜਿਸ ਤਰ੍ਹਾਂ ਦੀ ਤੇਰੀ ਵਿਚਾਰਧਾਰਾ ਹੈ, ਜਿਸ ਤਰ੍ਹਾਂ ਦੀ ਤੇਰੀ ਭਾਵਨਾ ਹੈ, ਜਿਸ ਪਾਸੇ ਦੀ ਤੇਰੀ ਲਗਨ ਹੈ, ਜਿਸ ਪਾਸੇ ਦਾ ਤੇਰਾ ਸੁਭਾਅ ਹੈ, ਉਹਦੇ ਵਿੱਚੋਂ ਤੇਰੀ ਜ਼ਿੰਦਗੀ ਦੇ ਚਾਰ ਸਫੇਰੇ, ਚਿੰਤਾ, ਦੁੱਖ, ਇਹ ਸਭ ਕੁਝ ਸਹੇੜ ਹੀ ਬੈਠਾ ਹੈ। ਗੁਰਬਾਣੀ ਨੇ ਸੁਭਾਅ ਦੀ ਪੜਚੋਲ ਕਰਾਉਣੀ ਹੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾ ਹੈ। ਇਹ ਰਹਾਉ ਸੈਂਟਰਲ ਆਈਡੀਆ ਹੈ। ਸਿਧੰਗਾਇਆ ਸਿਮਰੈ ਨਾਹੀ, ਨੰਨੈ ਨਾ ਤੁਧ ਨਾਮ ਲਿਆ। ਸਿਧੰਗਾਇਆ, ਪੁਰਾਤਨ ਸਮਿਆਂ ਦੇ ਵਿੱਚ ਜਦੋਂ ਟੀਚਰ ਫੱਟੀ ਲਿਖ ਕੇ ਦਿੰਦਾ ਸੀ ਕਿ ਤੂੰ ਅੱਖਰ ਲਿਖਣੇ ਨੇ, ਉਹਦੇ ਉੱਪਰ ਅੱਖਰ ਲਿਖਦੇ, ਪਰ ਉਸ ਤੋਂ ਪਹਿਲਾਂ ਉਹ ਇੱਕ ਅਸੀਸ ਲਿਖਦਾ ਹੁੰਦਾ ਸੀ, ਇੱਕ ਓਂਕਾਰ ਲਿਖ ਦੇਣਾ। ਦੇਖਿਆ ਜਾਵੇ ਤੇ ਅਸੀਂ ਜਦੋਂ ਛੋਟੇ ਸੀ, ਕੋਈ ਚਿੱਠੀ ਵੀ ਲਿਖਣੀ ਹੁੰਦੀ, ਉਹਦੇ ਉੱਪਰ ਵੀ ਕੋਈ ਇੱਕ ਓਂਕਾਰ ਸਤਿਗੁਰ ਪ੍ਰਸਾਦ ਲਿਖ ਦਿੰਦਾ, ਕੋਈ ਸਤਿਨਾਮ ਵਾਹਿਗੁਰੂ ਲਿਖ ਦਿੰਦਾ, ਕੋਈ ਇਕੱਲਾ ਸਤਿਨਾਮ ਲਿਖਦਾ। ਪਹਿਲਾਂ ਅਸੀਸ ਲਿਖਿਆ ਕਰਦੇ ਸੀ, ਅੱਜ ਉਹ ਚੀਜ਼ਾਂ ਨਿਕਲ ਗਈਆਂ। ਉਹਨੂੰ ਸਿਧੰਗਾਇਆ ਕਹਿੰਦੇ ਸੀ।
ਸਤਿਗੁਰੂ ਕਹਿੰਦੇ ਪਾਂਧਾ ਜੀ, ਤੂੰ ਉੱਪਰ ਅਸੀਸ ਲਿਖਦਾ ਹੈ, ਇਹਦੇ ਤੋਂ ਸਿੱਖ ਲਿਖਦਾ ਹੈ, ਪਰ ਰੱਬ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਤਾਂ ਤੂੰ ਜਿਉਂਦਾ ਨਹੀਂ, ਤੇ ਤੂੰ ਉਹਦੇ ਉਪਦੇਸ਼ ਨੂੰ ਵੀ ਆਪਣੇ ਸੋਚ ਸੁਭਾਅ ਤੇ ਲਾਗੂ ਨਹੀਂ ਕਰ ਰਿਹਾ, ਉਹਦੇ ਉਪਦੇਸ਼ਾਂ ਅਨੁਸਾਰ ਆਪਣੇ ਸੋਚ ਸੁਭਾਅ ਨੂੰ ਪੜਚੋਲ ਨਹੀਂ ਰਿਹਾ। ਛੱਛੈ ਸੀਜੈ ਅਹਨਸ ਮੂੜੇ, ਕਿਉਂ ਛੂਟੈ ਜਮ ਪਕੜਿਆ। ਛੱਛਾ ਅੱਖਰ ਤੋਂ ਸਿੱਖ ਕਿ ਤੇਰੇ ਅੰਦਰ ਗੁਣਾਂ ਵਾਲਾ ਜੀਵਨ ਛਿੱਝਦਾ ਜਾ ਰਿਹਾ, ਕਮਜ਼ੋਰ ਹੁੰਦਾ ਜਾ ਰਿਹਾ, ਔਗਣ ਵੱਧ ਰਹੇ ਨੇ, ਸਹਿਨਸ਼ੀਲਤਾ ਘਟਦੀ ਜਾ ਰਹੀ ਹੈ, ਕ੍ਰੋਧ ਦੀ ਆਦਤ ਵੱਧਦੀ ਜਾ ਰਹੀ ਹੈ, ਨਿਮਰਤਾ ਘਟਦੀ ਜਾ ਰਹੀ ਹੈ, ਹੰਕਾਰ ਵੱਧਦਾ ਜਾ ਰਿਹਾ ਹੈ, ਸਬਰ ਸੰਤੋਖ ਘਟਦਾ ਜਾ ਰਿਹਾ, ਲੋਭ ਵੱਧਦਾ ਜਾ ਰਿਹਾ ਹੈ। ਇਹਦੇ ਕਰਕੇ ਤੈਨੂੰ 5 ਵਿਕਾਰਾਂ ਰੂਪੀ ਜਮਾਂ ਨੇ ਪਕੜਿਆ ਹੋਇਆ, ਆਦਤਾਂ ਦੀ ਫਾਂਸੀ ਪਾਈ ਹੋਈ ਹੈ। ਇਹ ਮੂਰਖਾ ਕਿਵੇਂ ਛੁੱਟੇ? ਛੱਛਾ ਅੱਖਰ ਤੋਂ ਸਮਝ, ਇਹ ਤੇਰਾ ਅੰਦਰਲਾ ਜੀਵਨ ਛਿੱਝ ਰਿਹਾ, ਕਮਜ਼ੋਰ ਹੋ ਰਿਹਾ, ਤੇ ਛੁੱਟੇ ਕਿਵੇਂ? ਛੱਛੇ ਤੋਂ ਸਿੱਖ। ਬੱਬਾ ਬੂਝੈ ਨਾਹੀ ਮੂੜੇ, ਭਰਮ ਭੂਲੇ ਤੇਰਾ ਜਨਮ ਗਿਆ। ਬੱਬੇ ਅੱਖਰ ਤੋਂ ਬੁੱਝ ਕਿ ਤੂੰ ਬੁੱਝ ਨਹੀਂ ਰਿਹਾ, ਤੈਨੂੰ ਸਮਝ ਨਹੀਂ ਆ ਰਹੀ। ਐ ਮੂਰਖਾ, ਤੂੰ ਭਰਮ ਵਿੱਚ ਪਿਆ ਹੋਇਆ, ਭੁਲੇਖੇ ਵਿੱਚ ਪਿਆ ਹੋਇਆ, ਤੇਰਾ ਜੀਵਨ ਵਿਅਰਥ ਜਾ ਰਿਹਾ ਹੈ। ਅਣਹੋਂਦਾ ਨਾਉ ਧਰਾਇਓ ਪਾਂਧਾ, ਅਬਰਾ ਕਾ ਭਾਰ ਤੁਧ ਲਿਆ। ਤੂੰ ਐਵੇਂ ਅਣ ਹੋਇਆ ਨਾਮ ਧਰਾ ਲਿਆ ਕਿ ਮੈਂ ਟੀਚਰ ਹਾਂ, ਤੇ ਮੈਂ ਹੋਰਨਾਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਚੁੱਕੀ ਹੈ, ਭਾਰ ਚੁੱਕ ਲਿਆ, ਪਰ ਤੂੰ ਆਪ ਵੀ ਦੁਨਿਆਵੀ ਮਾਇਆ ਵਿੱਚ ਫਸਿਆ ਹੋਇਆ ਹੈ। ਉਸੇ ਦੇ ਲਈ ਪੜ੍ਹਾ ਰਿਹਾ, ਤੇ ਪੜ੍ਹਨ ਵਾਲਿਆਂ ਨੂੰ ਵੀ ਇਸੇ ਵਿੱਚ ਹੀ ਫਸਾ ਰਿਹਾ। ਜੋ ਸੋਚ ਸੁਭਾਅ ਵਿੱਚੋਂ ਨਿਕਲਦੀ ਹੋਈ ਚਿੰਤਾ ਦੁੱਖ ਨੇ, ਉਹਦੇ ਬਾਰੇ ਤੂੰ ਨਾ ਆਪ ਸਿੱਖਿਆ, ਨਾ ਹੋਰਨਾਂ ਨੂੰ ਸਿਖਾ ਰਿਹਾ। ਇਸ ਲਈ ਰੀਅਲ ਐਜੂਕੇਸ਼ਨ ਗੁਰਬਾਣੀ ਹੈ। ਆਖੋ ਵਾਹਿਗੁਰੂ। ਜੱਜੈ ਜੋਤ ਹਿਰ ਲਈ ਤੇਰੀ ਮੂੜੇ, ਅੰਤ ਗਿਆ ਪਛਤਾਵਾਂਗਾ। ਐ ਮੂਰਖ ਮਨਾ, ਜੱਜੇ ਅੱਖਰ ਤੋਂ ਸਿੱਖ, ਤੇਰੇ ਅੰਦਰ ਜੋਤ ਦੇ ਅਰਥ ਹੈ ਸੋਝੀ। ਜਿਹੜੀ ਸੋਝੀ ਨੇ ਤੈਨੂੰ ਗੁਣਾਂ ਵਾਲਾ ਜੀਵਨ ਜਿਉਣਾ ਸੀ, ਜਿਹੜੀ ਸੋਝੀ ਨੇ ਤੈਨੂੰ ਪਰਉਪਕਾਰੀ ਜਜ਼ਬਾ ਦੇਣਾ ਸੀ, ਜਿਹੜੀ ਸੋਝੀ ਨੇ ਤੈਨੂੰ ਲਗਨ ਪ੍ਰੀਤ ਗੁਰੂ ਦੇ ਨਾਲ ਗੂੜੀ ਨਿਭਾਉਣ ਦੀ ਸੋਝੀ ਸੀ, ਉਹ ਤਾਂ ਤੇਰੀ ਚੋਰੀ ਹੋ ਗਈ, ਹਿਰ ਲਈ ਖੋਹ ਲਈ ਤੇਰੇ ਤੋਂ। ਅਖੀਰ ਤੂੰ ਪਛਤਾਵੇਂਗਾ, ਜ਼ਿੰਦਗੀ ਦੇ ਹਰ ਪੱਖ ਤੋਂ ਫੇਲ ਹੁੰਦਾ ਜਾਏਗਾ। ਏਕ ਸ਼ਬਦ ਤੂੰ ਚੀਨੈ ਨਾਹੀਂ, ਫਿਰ ਜੂਨੀ ਆਵੇਂਗਾ। ਇੱਕ ਸ਼ਬਦ, ਉਹ ਉਪਦੇਸ਼ ਨੂੰ ਤੂੰ ਸਮਝਦਾ ਨਹੀਂ, ਉਪਦੇਸ਼ ਨਾਲ ਤੂੰ ਸਾਂਝ ਨਹੀਂ ਪਾ ਰਿਹਾ, ਉਪਦੇਸ਼ ਨੂੰ ਮੰਨਦਾ ਨਹੀਂ। ਤੇਰੇ ਅੰਦਰ ਵੱਖ-ਵੱਖ ਜੂਨੀਆਂ ਦੇ ਸੁਭਾਅ ਪੈਦਾ ਹੋ ਰਹੇ ਨੇ। ਇਹ ਮਨ ਉਹਨਾਂ ਜੂਨੀਆਂ ਵਿੱਚ ਭਟਕਦਾ ਪਿਆ, ਭਾਵ ਉਸ ਤਰ੍ਹਾਂ ਦੀਆਂ ਪਸ਼ੂ ਪ੍ਰਵਿਰਤੀਆਂ, ਜਾਨਵਰ ਪ੍ਰਵਿਰਤੀਆਂ ਵਿੱਚ ਇਹ ਗੁਣਾਂ ਨੂੰ ਗਵਾਈ ਜਾ ਰਿਹਾ। ਤੁਧ ਸਿਰ ਲਿਖਿਆ ਸੋ ਪੜ੍ਹ ਪੰਡਤ, ਅਬਰਾ ਨੂੰ ਨਾ ਸਿਖਾਲ ਵਿਖਿਆ। ਜੋ ਇੱਥੇ ਸਿਰ ਲਿਖਿਆ ਦੇ ਅਰਥ ਹੈ ਤੇਰੀ ਸੋਚ ਵਿੱਚ, ਜੋ ਤੇਰੀ ਸੋਚ ਵਿੱਚ ਦੁਨਿਆਵੀ ਪ੍ਰਾਪਤੀਆਂ, ਪੈਸਾ, ਪ੍ਰਾਪਰਟੀ ਬਣਾਉਣ ਦਾ ਲੋਭ ਲਾਲਚ, ਇਹ ਜੋ ਕੁਝ ਤੇਰੀ ਸੋਚ ਵਿੱਚ ਹੈ ਨਾ, ਉਹਨੂੰ ਪੜ੍ਹ, ਉਹਨੂੰ ਸਮਝ। ਆਪਣੀ ਸੋਚ ਵਿੱਚੋਂ ਦੇਖ ਕੀ ਚਾਹੀਦਾ, ਕੀ ਨਹੀਂ ਚਾਹੀਦਾ। ਹੋਰਨਾਂ ਨੂੰ ਕੀ ਸਿਖਾਲਦੇ ਆ? ਉਹੀ ਸਿਖਾਉਂਦੇ ਆ ਜਿਹਦੇ 'ਚ ਤੂੰ ਫਸਿਆ ਹੋਇਆ, ਜਿਹਦੇ 'ਚ ਤੂੰ ਉਲਝਿਆ ਹੋਇਆ। ਜੀਵਨ ਨੂੰ ਸਫਲ ਕਰਨ ਦੀ ਬਜਾਏ ਦੁਨਿਆਵੀ ਪ੍ਰਾਪਤੀਆਂ ਨੂੰ ਸਫਲਤਾ ਮੰਨੀ ਬੈਠਾ ਹੈ। ਇਹ ਗੱਲ ਸਮਝ ਲਿਓ। ਬੰਦਾ ਸੋਚਦਾ ਬਹੁਤ ਵੱਡਾ ਘਰ ਤੇ ਕੀਮਤੀ ਘਰ ਆ ਗਿਆ, ਬਹੁਤ ਵੱਡੀ ਪ੍ਰਾਪਤੀ ਹੈ। ਨਹੀਂ, ਅਸਲੀ ਪ੍ਰਾਪਤੀ ਹੈ ਘਰ ਦੇ ਵਿੱਚ ਏਕਤਾ, ਇੱਕ ਦੂਸਰੇ ਦੀਆਂ ਭਾਵਨਾਵਾਂ ਦਾ ਸਤਿਕਾਰ, ਬੱਚੇ ਆਗਿਆਕਾਰੀ ਹੋਣ। ਉਹਦੀ ਤਾਂ ਤੈਨੂੰ ਸਮਝ ਨਹੀਂ, ਤੇ ਤੂੰ ਵੀ ਦੁਨੀਆ ਨੂੰ ਹੀ ਸਿਖਾਲਦੇ ਆ। ਵਾਹਿਗੁਰੂ, ਪਹਿਲਾਂ ਫਾਹਾ ਪਾਇਆ ਪਾਂਧੇ, ਪਿੱਛੋਂ ਦੇ ਗਲ ਚਾਟੜਿਆ। ਪਹਿਲਾਂ ਤਾਂ ਉਹ ਆਪਣੇ ਅੰਦਰ ਲੋਭ ਲਾਲਚ ਦਾ ਫਾਹਾ ਪਾ ਲਿਆ, ਫਿਰ ਆਪਣੇ ਚੇਲਿਆਂ ਨੂੰ ਸਿਖਾ ਰਿਹਾ। ਜਿਸ ਚੀਜ਼ ਵਿੱਚ ਤੂੰ ਉਲਝਿਆ ਹੋਇਆ, ਉਹੀ ਉਲਝਣ ਤਾਣੀ ਇਹਨਾਂ ਨੂੰ ਸਿਖਾ ਰਿਹਾ। ਇੱਕ ਹੁੰਦੀ ਹੈ ਗ੍ਰੈਜੂਏਸ਼ਨ, ਇੱਕ ਹੁੰਦੀ ਹੈ ਐਜੂਕੇਸ਼ਨ। ਗ੍ਰੈਜੂਏਸ਼ਨ ਡਿਗਰੀ ਹੈ, ਕਿੰਨਾ ਇਹ ਪੜ੍ਹਿਆ ਹੈ। ਇੱਕ ਹੈ ਕਿੰਨਾ ਸਿੱਖਿਆ ਹੈ। ਡਿਗਰੀ ਕਿਸੇ ਖਾਸ ਲਿਮਿਟ ਤੱਕ ਹੈ, ਜਦੋਂ ਡਿਗਰੀ ਮਿਲ ਗਈ ਉਸ ਤੋਂ ਬਾਅਦ ਕੁਛ ਵੀ ਨਹੀਂ। ਤੇ ਸਿੱਖਿਆ ਸਾਰੀ ਜ਼ਿੰਦਗੀ, ਐਜੂਕੇਸ਼ਨ ਸਾਰੀ ਜ਼ਿੰਦਗੀ ਐਜੂਕੇਟ ਹੋਣਾ। ਉਹ ਹੈ ਆਪਣੀ ਸੋਚ ਸੁਭਾਅ ਨੂੰ ਸੰਭਾਲ ਕੇ ਜ਼ਿੰਦਗੀ ਵਿੱਚ ਆਨੰਦ ਬਣਾਉਣਾ, ਜ਼ਿੰਦਗੀ ਨੂੰ ਸਫਲ ਕਰਨਾ। ਸਤਿਗੁਰੂ ਕਿਰਪਾ ਕਰਨ। ਇਹ 18 ਪਦਿਆਂ ਦੀ
ਪੱਟੀ ਨਾਮ ਦੀ ਬਾਣੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। 5 ਪਦਿਆਂ ਦੀ ਵਿਚਾਰ ਅੱਜ ਹੋਈ ਹੈ। ਬਾਕੀ ਪਦਿਆਂ ਦੀ ਵਿਚਾਰ 435 ਅੰਗ ਦੇ ਉੱਪਰ ਅੰਕਿਤ ਕੱਲ੍ਹ ਨੂੰ ਤੁਹਾਡੇ ਸਨਮੁਖ ਤੁਹਾਡੇ ਘਰ ਵਿੱਚ ਫਿਰ ਹਾਜ਼ਰ ਹੋਵਾਂਗਾ। ਤਦ ਤੱਕ ਲਈ ਗੁਰੂ ਫਤਿਹ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।